ਹੈਲੋ ਸਟੂਡੈਂਟਸ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਹਾਂਜੀ, +1 ਕਲਾਸ ਵਾਲਿਓ, ਅੱਜ ਅਸੀਂ ਜਿਹੜਾ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ ਉਹ ਆ ਮੈਜ਼ਰਮੈਂਟ ਆਫ ਟਾਈਮ। ਕੱਲ੍ਹ ਅਸੀਂ ਕੀਤਾ ਸੀ ਮੈਜ਼ਰਮੈਂਟ ਆਫ ਮਾਸ। ਠੀਕ ਹੈ, ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਹੈ ਇਲੈਕਟ੍ਰੀਕਲ ਔਸੀਲੇਸ਼ਨਸ। ਠੀਕ ਹੈ, ਮੈਂ ਬੋਲਾਂਗਾ, ਤੁਸੀਂ ਜਿਹੜਾ ਇਹ ਵੀਡੀਓ ਦੇਖ ਕੇ ਨਾਲ ਨਾਲ ਲਿਖ ਲੈਣਾ ਹੈ। ਠੀਕ ਹੈ, ਹੁਣ ਜਿਹੜਾ ਇਹ ਆਲਟਰਨੇਟਿੰਗ ਕਰੰਟ ਆ, ਜਿਹੜੀ ਸਾਡੇ ਸਪਲਾਈ ਆ ਰਹੀ ਘਰਾਂ ਦੇ ਵਿੱਚ, ਉਹ ਕਿਹੜੀ ਸਪਲਾਈ ਹੁੰਦੀ ਆ? AC ਆ। AC ਮੀਨਸ ਆਲਟਰਨੇਟਿੰਗ ਕਰੰਟ। ਉਹਦੀ ਫ੍ਰੀਕੁਐਂਸੀ ਆ 50 ਹਰਟਜ਼। 50 ਹਰਟਜ਼ ਦਾ ਮਤਲਬ ਕੀ ਹੋਇਆ ਕਿ 50 ਸਾਈਕਲਸ ਪਰ ਸੈਕਿੰਡ। ਹੁਣ ਜਿਹੜਾ ਆਲਟਰਨੇਟਿੰਗ ਕਰੰਟ ਆ ਉਹਦਾ ਗ੍ਰਾਫ ਅਗਰ ਗ੍ਰਾਫਿਕਲੀ ਅਸੀਂ ਦੇਖੀਏ, ਇਸ ਤਰ੍ਹਾਂ ਕਰਕੇ ਹੁੰਦਾ ਹੈ, ਇੱਥੋਂ ਲੈ ਕੇ ਇੱਥੇ ਤੱਕ ਇੱਕ ਸਾਈਕਲ ਕੰਪਲੀਟ ਹੁੰਦਾ। ਠੀਕ ਹੈ, ਇਹ ਜਿਹੜਾ ਹੈ ਅਗਰ ਮੈਂ ਇੰਨਾ ਡਰਾ ਕਰਾਂ ਤਾਂ ਇਹ ਹੋ ਗਿਆ ਇੱਕ ਸਾਈਕਲ। ਹੁਣ ਇਸ ਤਰ੍ਹਾਂ ਦੇ 50 ਸਾਈਕਲ ਜਿਹੜੇ ਆ 1 ਸੈਕਿੰਡ ਵਿੱਚ ਹੁੰਦੇ ਆ। ਠੀਕ ਹੈ, ਅਗਰ ਅਸੀਂ ਇਹ ਸਾਈਕਲਸ ਨੂੰ ਕੈਲਕੂਲੇਟ ਕਰ ਲਈਏ ਤਾਂ ਅਸੀਂ ਟਾਈਮ ਮੈਜ਼ਰ ਕਰ ਸਕਦੇ ਹਾਂ। ਜਿੱਦਾਂ ਮੰਨ ਲਓ ਅਸੀਂ ਕਹੀਏ ਕਿ 100 ਸਾਈਕਲਸ ਹੋ ਗਏ। 100 ਸਾਈਕਲ ਮਤਲਬ ਕਿੰਨਾ ਟਾਈਮ ਹੋ ਗਿਆ? 2 ਸੈਕਿੰਡਸ ਹੋ ਗਏ। 150 ਸਾਈਕਲਸ ਹੋ ਗਏ, 3 ਸੈਕਿੰਡਸ ਹੋ ਗਏ। ਠੀਕ ਹੈ, ਇਹਦਾ ਮਤਲਬ ਆ ਕਿ ਇਲੈਕਟ੍ਰੀਕਲ ਔਸੀਲੇਸ਼ਨਸ ਜਿਹੜੀਆਂ ਅਸੀਂ ਯੂਜ਼ ਕਰਕੇ ਟਾਈਮ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਹੁਣ ਆਪਾਂ ਲਿਖਾਂਗੇ ਦਾ frequency of alternating current is 50 hertz. The frequency of alternating current is 50 hertz. So the vibrations of alternating current can be used for the measurement of time. ਉਹਨੂੰ ਅਸੀਂ ਟਾਈਮ ਨੂੰ ਮੈਜ਼ਰ ਕਰਨ ਲਈ ਯੂਜ਼ ਕਰ ਸਕਦੇ ਹਾਂ। ਕਲੀਅਰ। ਸੈਕਿੰਡ ਜਿਹੜਾ ਸਾਡਾ ਆ ਗਿਆ ਉਹ ਵਾ ਇਲੈਕਟ੍ਰੋਨਿਕ ਔਸੀਲੇਸ਼ਨਸ। ਹੁਣ ਇਲੈਕਟ੍ਰੋਨਿਕ ਔਸੀਲੇਸ਼ਨਸ ਕੀ ਹੈ ਕਿ ਸੈਮੀਕੰਡਕਟਰ ਡਿਵਾਈਸਿਸ ਹੋਣ ਜਾਂ ਵੈਕਿਊਮ ਟਿਊਬਸ ਹੋਣ, ਉਹ ਜਿਹੜੀ ਆ ਹਾਈ ਫ੍ਰੀਕੁਐਂਸੀ ਔਸੀਲੇਸ਼ਨਸ ਪੈਦਾ ਕਰਦੀਆਂ। ਠੀਕ ਹੈ, ਦ ਵੈਕਿਊਮ ਟਿਊਬਸ ਐਂਡ ਸੈਮੀਕੰਡਕਟਰ ਡਿਵਾਈਸਿਸ ਪ੍ਰੋਡਿਊਸਿਸ ਔਸੀਲੇਸ਼ਨਸ ਆਫ ਵੈਰੀ ਹਾਈ ਫ੍ਰੀਕੁਐਂਸੀ। ਹਾਈ ਫ੍ਰੀਕੁਐਂਸੀ ਦੀਆਂ ਔਸੀਲੇਸ਼ਨ ਪ੍ਰੋਡਿਊਸ ਕਰਦੀਆਂ। ਜਿੱਦਾਂ ਅਸੀਂ ਇਹਦੇ 'ਚ ਕਿਹਾ 50 ਹਰਟਜ਼ ਫ੍ਰੀਕੁਐਂਸੀ ਹੈ, ਉਸੇ ਤਰ੍ਹਾਂ ਉਹਨਾਂ ਦੀ ਵੀ ਬਹੁਤ ਜ਼ਿਆਦਾ ਫ੍ਰੀਕੁਐਂਸੀ ਹੁੰਦੀ ਹੈ। ਉਹਨੂੰ ਅਸੀਂ ਯੂਜ਼ ਕਰਦੇ ਹਾਂ ਟਾਈਮ ਨੂੰ ਕੈਲਕੂਲੇਟ ਕਰਨ ਲਈ। ਠੀਕ ਹੈ, ਸੱਚ ਔਸੀਲੇਸ਼ਨਸ ਕੈਨ ਬੀ ਯੂਜ਼ਡ ਫॉर द ਮੈਜ਼ਰਮੈਂਟ ਆਫ ਟਾਈਮ ਪੀਰੀਅਡ। ਠੀਕ ਹੈ, ਇਹ ਆ ਗਿਆ ਸਾਡਾ ਇਲੈਕਟ੍ਰੋਨਿਕ ਔਸੀਲੇਸ਼ਨਸ। ਥਰਡ ਇਜ਼ ਕੁਆਰਟਜ਼ ਕ੍ਰਿਸਟਲ ਕਲੌਕ। ਹੁਣ ਜਿਹੜੇ ਕੁਆਰਟਜ਼ ਜਿਹੜਾ ਕ੍ਰਿਸਟਲ ਆ, ਉਹ ਪੀਜ਼ੋ ਇਲੈਕਟ੍ਰਿਕ ਇਫੈਕਟ ਜਿਹੜਾ ਉਹਦੀ ਪ੍ਰੋਪਰਟੀ ਸ਼ੋ ਕਰਦਾ ਹੈ, ਪੀਜ਼ੋ ਇਲੈਕਟ੍ਰਿਕ ਇਫੈਕਟ। ਹੁਣ ਪੀਜ਼ੋ ਇਲੈਕਟ੍ਰਿਕ ਇਫੈਕਟ ਕੀ ਹੈ ਕਿ ਜਦੋਂ ਕਿਸੇ ਜਿਹੜਾ ਕ੍ਰਿਸਟਲ ਜਿਹੜਾ ਕੁਆਰਟਜ਼ ਹੈ, ਇਹਦੇ ਫੇਸਿਸ ਦੇ ਵਿੱਚ ਜਿਹੜਾ ਇਹ ਪ੍ਰੈਸ਼ਰ ਨੂੰ ਵੇਰੀ ਕਰਦੇ ਹਾਂ ਆਪਾਂ, ਔਰ ਲਗਾਤਾਰ ਅਸੀਂ ਜਿਹੜਾ ਇਹ ਪ੍ਰੈਸ਼ਰ ਨੂੰ ਵੇਰੀ ਕਰਦੇ ਹਾਂ ਅਤੇ ਵਿੱਚ ਕੀ ਆ ਔਸੀਲੇਸ਼ਨਸ ਪ੍ਰੋਡਿਊਸ ਹੋ ਜਾਂਦੀਆਂ। ਠੀਕ ਹੈ, ਅਸੀਂ ਲਿਖਾਂਗੇ ਕੁਆਰਟਜ਼ ਕ੍ਰਿਸਟਲ ਸ਼ੋ ਪੀਜ਼ੋ ਇਲੈਕਟ੍ਰਿਕ ਇਫੈਕਟ ਵਿਚ ਪ੍ਰੋਡਿਊਸਿਸ oscillations of high frequency. Clear? Such oscillations can be used for the measurement of time. ਇਹ oscillations ਨੂੰ ਅਸੀਂ time note ਕਰਨ ਲਈ use ਕਰਦੇ ਹਾਂ। ਠੀਕ ਹੈ, next ਆ ਗਿਆ decay of elementary particles. ਸਭ ਤੋਂ ਪਹਿਲਾਂ elementary particles ਕੀ ਹੈ, ਇਹ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ, ਮੈਂ ਰਿਪੀਟ ਕਰ ਦੇਣਾ। elementary particles are the particles which are not composed to be made up of anything else. ਜਿਹੜੇ ਕਿਸੇ ਚੀਜ਼ ਤੋਂ ਮਿਲ ਕੇ ਨਹੀਂ ਬਣੇ, ਲੇਕਿਨ ਉਹਨਾਂ ਤੋਂ ਜਿਹੜੇ ਆ ਮਿਲ ਕੇ ਜਿਹੜੇ ਆ ਪ੍ਰੋਟੋਨਸ ਹੋ ਗਏ, ਨਿਊਟਰੋਨਸ ਹੋ ਗਏ, ਇਸ ਤਰ੍ਹਾਂ ਕਰਕੇ ਜਿਹੜੇ ਆ ਜਿਨ੍ਹਾਂ ਤੋਂ ਐਟਮ ਬਣਿਆ, ਜਿਨ੍ਹਾਂ ਨੂੰ ਪਾਰਟੀਕਲਸ ਨੂੰ ਮਿਲ ਕੇ। ਠੀਕ ਹੈ, ਉਹ ਕਾਹਦੇ ਬਣੇ ਆ? ਪ੍ਰੋਟੋਨਸ ਨਿਊਟਰੋਨਸ, ਉਹ ਐਲੀਮੈਂਟਰੀ ਪਾਰਟੀਕਲਸ ਦੇ ਬਣੇ ਆ। ਠੀਕ ਹੈ, ਹੁਣ ਐਲੀਮੈਂਟਰੀ ਪਾਰਟੀਕਲ ਦਾ ਜਿਹੜਾ ਇਹ ਲਾਈਫ ਸਪੈਨ ਬੜਾ ਥੋੜ੍ਹਾ ਹੁੰਦਾ ਹੈ। ਠੀਕ ਹੈ, the lifespan of elementary particle is about 10⁻16 second to 10⁻24 second। ਬਹੁਤ ਥੋੜ੍ਹਾ ਟਾਈਮ ਪੀਰੀਅਡ ਹੈ। ਠੀਕ ਹੈ, ਇਹਨਾਂ ਦੇ ਲਾਈਫ ਸਪੈਨ ਨੂੰ ਅਸੀਂ ਯੂਜ਼ ਕਰਕੇ ਟਾਈਮ ਕੈਲਕੂਲੇਟ ਕਰ ਸਕਦੇ ਹਾਂ। ਕਿੰਨੇ ਐਲੀਮੈਂਟਰੀ ਪਾਰਟੀਕਲ ਜਿਹੜੇ ਉਹ ਡਿਕੇ ਹੋ ਗਏ। ਠੀਕ ਹੈ, ਇੰਨੇ ਟਾਈਮ ਲਈ ਉਹ ਜਿੰਦਾ ਰਹਿੰਦੇ ਆ, ਬਾਅਦ ਵਿੱਚ ਉਹ ਖਤਮ ਹੋ ਜਾਂਦੇ ਆ। ਠੀਕ ਹੈ, ਇਸ ਤਰ੍ਹਾਂ ਹੀ ਕਹਿ ਸਕਦੇ ਹਾਂ। ਠੀਕ ਹੈ, ਉਹਨਾਂ ਦਾ ਲਾਈਫ ਪੀਰੀਅਡ ਬਹੁਤ ਥੋੜ੍ਹਾ ਵਾ। ਠੀਕ ਹੈ, ਹੁਣ ਇਸ ਟਾਈਮ ਨੂੰ ਅਸੀਂ ਯੂਜ਼ ਕਰਕੇ ਕੀ ਹੈ ਆਪਾਂ ਟਾਈਮ ਪੀਰੀਅਡ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਦ ਲਾਈਫ ਸਪੈਨ ਆਫ ਐਲੀਮੈਂਟਰੀ ਪਾਰਟੀਕਲ ਇਜ਼ ਵੈਰੀ ਸਮॉल
it is about 10 raised to the power minus 16 to 10 raised to the power minus 24 second. Such a time period can be used for the measurement of time. Clear? Last आ गया साडा रेडियो एक्टिव डेटिंग. रेडियो एक्टिव डेटिंग जिहड़ी है ये लॉन्ग जिहड़ा टाइम पीरियड जिहड़ा है कैलकुलेट करन दे काम आउंदी है. दो तरह की असी रेडियो एक्टिव डेटिंग करते हैं, कार्बन डेटिंग ते यूरेनियम डेटिंग. कार्बन डेटिंग जिहड़ी है फॉसिल्स की एज पता करन लई जिहड़ी है यूज़ होंदी है. ठीक है, जिस तरह कई बार डिस्कवरी चैनल देखते हैं जी बोन्स मिलियां वा किसी एनीमल दियां, ठीक है, डायनासोर दियां, ये जिहड़े 5000 ईयर्स जिहड़ा पहला जिहड़ा वा ये जिंदा है. ठीक है, हुण की है कि जदों असी कुछ भी खाने आ तो साडे खाने विच की कार्बन है, कार्बन के दो आइसोटोप होंदे आ, कार्बन 612 तो कार्बन 614. कार्बन 614 जिहड़ा वो रेडियो एक्टिव होंदा, मतलब वो डिसइंटीग्रेट होना शुरू हो जाता किसी भी एनीमल की डैथ के बाद. ठीक है, हुण कार्बन 612 तो होना रहा, 614 डिक्रीज़ करता गया. ठीक है, दोनों की रेशो की हैल्प के नाल असी जिहड़ा वा उहदी एज जिहड़ी असी कैलकुलेट कर सकते हैं. ठीक है, क्लीयर? इसदा मतलब कोई कोल कितना पुराना है, पेट्रोलीयम कितना पुराना है, किसी जानवर नूं मरे किन्ने साल हो गए, उहदे रिमेन्स अगर मिल जाते हैं, ठीक है, उन्होंने कैलकुलेट करने लई असी कार्बन डेटिंग यूज़ करते हैं. सो कार्बन डेटिंग इज़ यूज्ड टू मैज़र द एज ऑफ फॉसिल्स. क्लीयर? ठीक है. सिमिलरली यूरेनियम डेटिंग जिहड़ी है वो यूज़ होंदी है टू मैज़र द एज ऑफ रॉक्स. किसी रॉक की एज पता करनी हो भी किन्ने साल पहला ये बनी. द एज ऑफ अर्थ, द एज ऑफ ए प्लैनेट कैन बी मैजर्ड बाय यूजिंग यूरेनियम डेटिंग. सो लॉन्ग जिहड़े टाइम पीरियड है उन्होंने यूज़ करने लई रेडियो एक्टिव डेटिंग जिहड़ी असी यूज़ करते हैं. ये सी साडा मैजरमेंट ऑफ टाइम वाला टॉपिक. ठीक है, जिस तरह मैं बोलिया इनू बड़े ध्यान नाल लिख लेना है. ठीक है, क्लीयर? अपना ध्यान रखो सारे. टेक केयर, बाय.